ਪੰਜਾਬ 'ਚ ਸਰਕਾਰੀ ਨੌਕਰੀ ਦੇ ਚਾਹਵਾਨ ਬੱਚਿਆਂ ਲਈ ਖੁਸ਼ਖਬਰੀ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਕੋਆਪਰੇਟਿਵ ਇੰਸਪੈਕਟਰ ਦੀਆਂ ਵੈਕੈਂਸੀਜ਼ ਰਿਲੀਜ਼ ਕੀਤੀਆਂ ਤਾਂ 320 ਦੇ ਕਰੀਬ ਵੈਕੈਂਸੀਜ਼ ਹੈ। ਖਾਸੀਆਂ ਵੈਕੈਂਸੀਜ਼ ਆਈਆਂ ਜਿਹੜੀ ਮਾਯੂਸੀ ਛਾਈ ਹੋਈ ਸੀ ਬੱਚਿਆਂ 'ਚ ਕਿ ਪੇਪਰ ਨਹੀਂ ਹੋ ਰਿਹਾ ਜਾਂ ਨਾਇਬ ਤਹਿਸੀਲਦਾਰ ਦਾ ਪੇਪਰ ਇੰਨੇ ਟਾਈਮ ਤੋਂ ਅਟਕਿਆ ਹੋਇਆ। ਹੁਣ ਉਮੀਦ ਹੈ ਥੋੜ੍ਹਾ ਜਿਹਾ ਕਮਿਸ਼ਨ ਗਤੀਵਿਧੀ 'ਚ ਆਇਆ ਅਤੇ ਉਮੀਦ ਹੈ ਕਿ ਪੇਪਰ ਜਲਦੀ ਲੈ ਲਿੱਤੇ ਜਾਣਗੇ। ਨੈਬ ਦਾ ਵੀ ਪੇਪਰ ਹੋ ਜਾਊਗਾ ਅਤੇ ਇਹਦਾ ਵੀ ਪੇਪਰ ਲੈ ਲੈਣਾ ਚਾਹੀਦਾ। ਮਾਰਚ ਦੇ ਅਰਾਊਂਡ ਹੋ ਸਕਦਾ ਹੈ ਇਹ ਪੇਪਰ ਕੰਡਕਟ ਹੋਵੇ। ਬਾਕੀ ਡੇਟ ਹਜੇ ਰਿਲੀਜ਼ ਨਹੀਂ ਕੀਤੀ ਹੈ ਕਮਿਸ਼ਨ ਨੇ, ਤਾਂ ਜਿਵੇਂ ਡਿਟੇਲਸ ਹੋਰ ਸ਼ੇਅਰ ਕਰੂਗਾ ਕਮਿਸ਼ਨ ਅਤੇ ਤੁਹਾਡੇ ਨਾਲ ਰੀਸਟ੍ਰੈਟੇਜਾਈਜ਼ ਕਰ ਲਾਂਗੇ ਕਿਸ ਤਰ੍ਹਾਂ ਅਸੀਂ ਇਸ ਪੇਪਰ ਦੀ ਤਿਆਰੀ ਨੂੰ ਅਪਰੋਚ ਕਰਨਾ ਹੈ। ਇੱਕ ਵਾਰੀ ਮੈਂ ਬੇਸਿਕ ਜਿਹੜੀ ਇਨਫੋਰਮੇਸ਼ਨ ਹੈ ਰਿਗਾਰਡਿੰਗ ਦੀ ਨੋਟੀਫਿਕੇਸ਼ਨ ਉਹ ਤੁਹਾਡੇ ਨਾਲ ਸ਼ੇਅਰ ਕਰ ਲੈਣਾ, ਫਿਰ ਮੈਂ ਡਿਸਕਸ ਕਰੂੰਗਾ ਕਿ ਅਸੀਂ CBL 'ਚ ਕਿਸ ਤਰ੍ਹਾਂ ਇਸ ਪੇਪਰ ਨੂੰ ਅਪਰੋਚ ਕਰ ਰਹੇ ਹਾਂ। ਤਾਂ ਜਿਵੇਂ ਕਿ ਮੈਂ ਪਹਿਲਾਂ ਮੈਂਸ਼ਨ ਕੀਤਾ ਟੋਟਲ 320 ਵੈਕੈਂਸੀਜ਼ ਹੈ ਜਿਹੜੀ ਯੂਜੂਅਲ ਸਰਕਾਰੀ ਗਾਈਡਲਾਈਨਸ ਦੇ ਹਿਸਾਬ ਨਾਲ ਰਿਜ਼ਰਵੇਸ਼ਨ ਹੈ। ਡਿਫਰੈਂਟ ਸੀਟ ਐਲੋਕੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਨੋਟੀਫਿਕੇਸ਼ਨ ਤੋਂ। ਹਾਂ, ਪੇ ਸਕੇਲ ਦੀ ਜੇ ਆਪਾਂ ਗੱਲ ਕਰੀਏ ਤਾਂ 35,400 ਇਨੀਸ਼ੀਅਲ ਪੇ ਕਹਿ ਰਹੇ ਹੈ। 3 ਸਾਲ ਦੀ ਪ੍ਰੋਬੇਸ਼ਨ ਹੈ। ਪ੍ਰੋਬੇਸ਼ਨ ਦੇ ਦੌਰਾਨ ਕੋਈ ਅਲਾਉਂਸਸ ਵਗੈਰਾ ਨਹੀਂ ਮਿਲਣਗੇ ਅਤੇ ਇਹ ਇਨੀਸ਼ੀਅਲ ਪੇ ਹੀ ਕੰਟੀਨਿਊ ਕਰੂਗੀ 3 ਸਾਲ। ਉਸ ਤੋਂ ਬਾਅਦ ਜਿਹੜੇ ਬਾਕੀ ਅਲਾਉਂਸਸ ਵਗੈਰਾ ਉਹ ਮਿਲਣੇ ਸਟਾਰਟ ਹੋਣਗੇ। essential qualifications to apply for this exam, basic bachelor's degree ਚਾਹੀਦੀ ਹੈ ਬਟ ਕੰਡੀਸ਼ਨ ਕੀ ਲਗਾਈ ਹੈ ਇਹਨਾਂ ਨੇ, ਮਿਨੀਮਮ 60% ਮਾਰਕਸ। ਹੁਣ ਇਹ ਨਵੀਂ ਜੀ ਕੰਡੀਸ਼ਨ ਇਹਨਾਂ ਨੇ ਕਰਤੀ। ਵੈਸੇ ਤਾਂ ਯੂਜੂਅਲੀ ਪੇਪਰਸ 'ਚ ਇੱਦਾਂ ਦੀ ਕੰਡੀਸ਼ਨ ਨਹੀਂ ਰੱਖੀ ਜਾਂਦੀ ਕਿ ਕੋਈ ਡਿਗਰੀ 'ਚ ਮਾਰਕਸ ਦੀ ਵੀ ਕੁਆਲੀਫਿਕੇਸ਼ਨ ਹੋਵੇ। ਜਿਵੇਂ PPSC ਦੁਆਰਾ ਹੀ ਕੰਡਕਟ ਕੀਤੇ ਗਏ ਹੋਰ ਪੇਪਰਾਂ ਦੀ ਗੱਲ ਕਰ ਲਈਏ ਜਾਂ PSSB ਦੇ ਪੇਪਰਾਂ ਦੀ ਗੱਲ ਕਰ ਲਈਏ, ਪੰਜਾਬ PCS ਦੀ ਵੀ ਗੱਲ ਕਰ ਲਈਏ, ਉਸ 'ਚ ਵੀ ਐਗਜ਼ਾਮੀਨੇਸ਼ਨ ਜਿਹੜਾ ਕੁਆਲੀਫਾਈਂਗ ਐਗਜ਼ਾਮੀਨੇਸ਼ਨ ਹੈ ਉਸ 'ਚ ਮਿਨੀਮਮ ਪਰਸੈਂਟੇਜ ਦੀ ਕੋਈ ਕੰਡੀਸ਼ਨ ਨਹੀਂ ਹੁੰਦੀ। ਬਟ ਇੱਥੇ PPSC ਨੇ ਰੱਖੀ ਹੈ ਮਿਨੀਮਮ 60% ਆਪਾਂ ਨੂੰ ਡਿਗਰੀ 'ਚ ਮਾਰਕਸ ਹੋਣੇ ਚਾਹੀਦੇ ਆ ਆਪਣੇ, ਜੇ ਆਪਾਂ ਇਸ ਪੇਪਰ ਲਈ ਅਪਲਾਈ ਕਰਨਾ ਤਾਂ ਬੇਸਿਕ ਬੈਚਲਰਸ ਡਿਗਰੀ ਜਾਂ ਉਹਦਾ ਇਕੁਇਵਲੈਂਟ ਚਾਹੀਦਾ ਵਿਦ ਮਿਨੀਮਮ 60% ਮਾਰਕਸ। ਇਨ ਐਡੀਸ਼ਨ ਟੂ ਦੈਟ 120 ਆਵਰਸ ਦਾ ਕੰਪਿਊਟਰ ਕੋਰਸ ਆਪਾਂ ਕੀਤਾ ਹੋਣਾ ਚਾਹੀਦਾ ਕਿਸੇ ISO ਸਰਟੀਫਾਈਡ ਇੰਸਟੀਚਿਊਟ ਤੋਂ। ਹੁਣ ਇੱਥੇ ਇੱਕ ਹੋਰ ਕੰਡੀਸ਼ਨ ਆਪਾਂ ਗੌਰ ਕਰੀਏ, ਜੇ ਆਪਾਂ ਡਿਗਰੀ 'ਚ ਕੰਪਿਊਟਰ ਐਜ਼ ਅ ਸਬਜੈਕਟ ਕਵਰ ਕੀਤਾ ਹੋਇਆ ਤਾਂ ਉਹਨਾਂ ਬੱਚਿਆਂ ਲਈ ਇਹ ਕੰਪਿਊਟਰ ਕੋਰਸ ਦੀ ਜਿਹੜੀ 120 ਆਵਰਸ ਦੇ ਕੰਪਿਊਟਰ ਕੋਰਸ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਵੇਵ ਆਫ ਕਰ ਦਿੱਤੀ ਗਈ ਹੈ। ਪ੍ਰੋਵਾਈਡਡ ਦੈਟ ਇਫ ਸਿਮਿਲਰ ਕੋਰਸ ਵਾਜ਼ ਅ ਪਾਰਟ ਆਫ ਦੀ ਕਰਿਕੂਲਮ ਇਨ ਦੀ ਡਿਗਰੀ ਕੋਰਸ ਐਂਡ ਦੀ ਕੈਂਡੀਡੇਟ ਹੈਜ਼ ਪਾਸਡ ਦੈਟ ਕੋਰਸ ਐਜ਼ ਵਨ ਆਫ ਦੀ ਸਬਜੈਕਟ ਇਨ ਦੀ ਡਿਗਰੀ ਦੈਨ ਦ ਕੰਡੀਸ਼ਨ ਇਜ਼ ਵੇਵਡ ਆਫ। ਤਾਂ ਇਹ ਕੰਪਿਊਟਰ ਸਾਇੰਸ ਵਾਲੇ ਬੱਚਿਆਂ ਨੂੰ ਜਾਂ IT ਵਾਲੇ ਬੱਚਿਆਂ ਨੂੰ ਜਾਂ BCA ਵਾਲੇ ਬੱਚਿਆਂ ਨੂੰ ਇਹ 120 ਆਵਰਸ ਵਾਲੇ ਕੰਪਿਊਟਰ ਕੋਰਸ ਦੀ ਰਿਕੁਆਇਰਮੈਂਟ ਨਹੀਂ ਹੈਗੀ। ਬਾਕੀ ਜਿਹੜਾ ਪੰਜਾਬ ਦੇ ਹਰ ਐਗਜ਼ਾਮ 'ਚ ਹੁੰਦਾ ਹੈ 10th ਲੈਵਲ ਦੀ ਆਪਾਂ ਨੂੰ ਪੰਜਾਬੀ 10th ਲੈਵਲ ਤੱਕ ਆਪਾਂ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ, ਜਾਂ ਆਈਦਰ ਐਜ਼ ਅ 5th ਸਬਜੈਕਟ ਜਾਂ ਫਿਰ ਆਪਾਂ ਬਾਅਦ 'ਚੋਂ ਐਡੀਸ਼ਨਲ ਪੇਪਰ ਦਿੱਤਾ ਹੋਵੇ, ਜਾਂ ਜੇ ਬੱਚਿਆਂ ਨੇ ਉਹ ਵੀ ਨਹੀਂ ਦਿੱਤਾ ਹੋਇਆ ਤਾਂ ਪੰਜਾਬੀ ਭਾਸ਼ਾ ਅਕੈਡਮੀ ਪਟਿਆਲਾ ਇਹਦਾ ਇਕੁਇਵਲੈਂਟ ਪੇਪਰ ਲੈਂਦਾ, ਤੁਸੀਂ ਉਹ ਪੇਪਰ ਦਿੱਤਾ ਹੋਣਾ ਚਾਹੀਦਾ। ਬਟ ਅਗੇਨ ਵੈਰੀ ਇੰਪੋਰਟੈਂਟ ਪੁਆਇੰਟ ਟੂ ਬੀ ਨੋਟਡ, ਕਹਿੰਦੇ ਹੈ ਕਿ ਆ ਜਿਹੜੀਆਂ ਤੁਹਾਡੀਆਂ ਐਜੂਕੇਸ਼ਨਲ ਕੁਆਲੀਫਿਕੇਸ਼ਨਸ ਹੈ you must possess these qualifications as on 22nd December 2021। 22 ਦਸੰਬਰ ਤੱਕ ਤੁਹਾਡੀ ਸਾਰੀ ਜਿਹੜੀਆਂ ਰਿਕੁਆਇਰਮੈਂਟਸ ਆ ਉਹ ਕੰਪਲੀਟ ਹੋਣੀਆਂ ਚਾਹੀਦੀਆਂ। ਯਾਨੀ ਕਿ ਜਿਹੜੇ ਫਾਈਨਲ ਈਅਰ ਵਾਲੇ ਬੱਚੇ ਉਹ ਨਹੀਂ ਅਪਲਾਈ ਕਰ ਸਕਦੇ ਆ, ਜਿਹਦੀ ਕੋਈ ਸਪਲੀ ਫਸੀ ਹੋਈ ਆ ਉਹ ਹਜੇ ਨਹੀਂ ਅਪਲਾਈ ਕਰ ਸਕਦਾ, ਜਿਹਦੇ ਕੋਲੇ ਹਜੇ ਤੱਕ 22 ਦਸੰਬਰ ਤੱਕ ਜਿਹਦੇ ਕੋਲੇ ਪੰਜਾਬੀ ਦਾ 10th ਲੈਵਲ ਪੰਜਾਬੀ ਦਾ ਇਕੁਇਵਲੈਂਟ ਸਰਟੀਫਿਕੇਟ ਨਹੀਂ ਹੈਗਾ ਉਹ ਨਹੀਂ ਅਪਲਾਈ ਕਰ ਸਕਦਾ। ਨਾ ਉੱਪਰ ਜਿਹੜੀਆਂ ਕੰਡੀਸ਼ਨਸ ਮੈਂਸ਼ਨ ਕੀਤੀਆਂ 22 ਦਸੰਬਰ ਤੱਕ ਆਪਣੇ ਕੋਲੇ ਉਹ ਡੈਡਲਾਈਨ ਉਹਨਾਂ ਨੇ ਰੱਖੀ ਹੋਈ ਹੈ, ਉਸ ਡੇਟ ਤੱਕ ਆਪਾਂ ਸਾਰੀਆਂ ਕੰਡੀਸ਼ਨਸ ਸੈਟਿਸਫਾਈ ਕਰਦੇ ਹੋਣੇ ਚਾਹੀਦੇ ਹੈ। ਏਜ ਦੀ ਗੱਲ ਕਰੀਏ, ਇਸ 'ਚ ਕੋਈ ਚੇਂਜ ਨਹੀਂ ਹੈਗਾ, ਜਿਹੜਾ ਯੂਜੂਅਲ PPSC ਦਾ ਪੈਟਰਨ ਰਹਿੰਦਾ ਉਹੀ ਏਜ ਲਿਮਿਟਸ ਹੈ। ਇਸ 'ਚ ਵੀ ਮਿਨੀਮਮ ਏਜ 18 ਹੈ, ਮੈਕਸੀਮਮ 37 ਈਅਰਸ ਹੈ। ਏਜ ਕੈਲਕੂਲੇਟ ਕਿਹੜੀ ਡੇਟ ਦੇ ਹਿਸਾਬ ਨਾਲ ਹੋਊਗੀ, 1 ਜਨਵਰੀ 2021। ਹੁਣ ਇਸ ਕਰਕੇ ਹੋ ਸਕਦਾ ਕੁਝ ਬੱਚੇ ਡਿਸਐਡਵਾਂਟੇਜ 'ਤੇ ਰਹਿ ਗਏ ਹੁਣ, 2022 ਚੜ੍ਹਨ ਵਾਲਾ ਅਤੇ ਹਜੇ 1 ਜਨਵਰੀ 2021 ਦੇ ਹਿਸਾਬ ਨਾਲ ਹੀ ਏਜ ਕੈਲਕੂਲੇਟ ਹੋ ਰਹੀ ਹੈ।
ਤਾਂ ਮਿਨੀਮਮ 18 ਮੈਕਸਿਮਮ 37 ਏਜ ਕੈਲਕੂਲੇਟ ਹੋਣੀ ਹੈ 1 ਜਨਵਰੀ 2021 ਦੇ ਹਿਸਾਬ ਨਾਲ। ਬਾਕੀ ਡਿਫਰੈਂਟ ਕੈਟੇਗਰੀਜ਼ ਲਈ ਜਿਹੜੀ ਰਿਲੈਕਸੇਸ਼ਨ ਹੈ ਉਹ ਇਸ ਕੇਸ 'ਚ ਵੀ ਆਫ ਕੋਰਸ ਗੋਜ਼ ਵਿਦਆਊਟ ਸੇਇੰਗ ਕਿ ਇੱਥੇ ਵੀ ਉਹ ਐਪਲੀਕੇਬਲ ਹੈ। ਜਿਵੇਂ SC ST ਕੈਟੇਗਰੀ ਲਈ ਜਾਂ ਬੈਕਵਰਡ ਕਲਾਸਿਸ ਲਈ 42 ਇਜ਼ ਦੀ ਏਜ ਲਿਮਿਟ, ਗਵਰਨਮੈਂਟ EMPLOYEES ਦੀ 45 ਹੈ। ਉਹ ਜਿਹੜੀ ਯੂਜੂਅਲ ਏਜ ਲਿਮਿਟਸ 'ਚ ਰਿਲੈਕਸੇਸ਼ਨ ਹੁੰਦੀ ਹੈ ਉਹ ਇਸ ਕੇਸ 'ਚ ਵੀ ਐਪਲੀਕੇਬਲ ਹੈ। ਹੁਣ ਆਪਾਂ ਪ੍ਰੋਸੀਜਰ ਫॉर ਸਿਲੈਕਸ਼ਨ ਦੀ ਗੱਲ ਕਰੀਏ ਕਿ ਕਿਸ ਤਰ੍ਹਾਂ ਐਗਜ਼ਾਮ ਹੋਊਗਾ ਜਾਂ ਕੀ ਪੈਟਰਨ ਕੀ ਸਕੀਮ ਆਫ ਦੀ ਐਗਜ਼ਾਮੀਨੇਸ਼ਨ ਹੈ। ਚੰਗੀ ਗੱਲ ਹੈ ਕਿ ਇੱਕ ਪੇਪਰ ਹੋਣਾ ਹੈ, ਉਹਦੇ ਬੇਸਿਸ 'ਤੇ ਸਿਲੈਕਸ਼ਨ ਹੋਣੀ ਹੈ। ਉਹ ਜਿਹੜੀ ਨੈਬ ਤਹਿਸੀਲਦਾਰ ਦੇ ਕੇਸ 'ਚ ਵੀ ਬੱਚੇ ਕਹਿ ਰਹੇ ਸੀਗੇ ਜਿਹੜੀ ਮਤਲਬ ਰਿਗਾਰਡਿੰਗ ਦੀ ਸਿਲੈਕਸ਼ਨ ਪ੍ਰੋਸੀਜਰ ਚੰਗੀ ਗੱਲ ਕੀ ਸੀਗੀ, ਇੱਕ ਪੇਪਰ ਕੁਆਲੀਫਾਈ ਕਰਨਾ ਹੈ, ਸਿੱਧੀ ਨੌਕਰੀ ਲੱਗਣੀ ਹੈ। ਉਹ ਚੀਜ਼ ਇਸ ਕੇਸ 'ਚ ਵੀ ਐਪਲੀਕੇਬਲ ਹੈ। ਇੱਕ ਪੇਪਰ ਹੋਣਾ ਹੈ, ਪੈਟਰਨ ਵੀ ਬਹੁਤ ਨੈਬ ਤਹਿਸੀਲਦਾਰ ਨਾਲ ਮਿਲਦਾ ਜੁਲਦਾ ਪੈਟਰਨ ਹੈ। ਇੱਕ ਪੇਪਰ ਹੋਣਾ ਹੈ, ਕੋਈ ਇੰਟਰਵਿਊ ਨਹੀਂ ਹੈਗੀ, ਡਾਇਰੈਕਟ ਨੌਕਰੀ। ਤਾਂ ਰਿਟਨ ਕੰਪੀਟੀਟਿਵ ਐਗਜ਼ਾਮ ਹੋਊਗਾ, 120 ਕੁਐਸਚਨਸ ਆਉਣਗੇ, 480 ਮਾਰਕਸ ਦਾ ਪੇਪਰ ਹੋਊਗਾ। ਹਰ ਕੁਐਸਚਨ ਯਾਨੀ ਕਿ 4 ਮਾਰਕਸ ਦਾ ਇੱਕ ਕੁਐਸਚਨ ਹੈ। 120 into 4 480 ਮਾਰਕਸ ਦਾ ਆਬਜੈਕਟਿਵ ਟਾਈਪ ਪੇਪਰ ਹੋਊਗਾ। ਡਿਊਰੇਸ਼ਨ ਆਫ ਦੀ ਟੈਸਟ 2 ਘੰਟੇ ਹੈ ਐਂਡ ਮੋਡ ਆਫ ਦੀ ਐਗਜ਼ਾਮੀਨੇਸ਼ਨ ਫਿਜ਼ੀਕਲ ਹੈ। ਇਹਨਾਂ ਨੇ ਸਪੈਸੀਫਿਕਲੀ ਮੈਂਸ਼ਨ ਕੀਤਾ ਕਿ ਫਿਜ਼ੀਕਲ ਪੇਪਰ ਹੋਊਗਾ, ਪੈਨ ਐਂਡ ਪੇਪਰ ਐਗਜ਼ਾਮ ਹੋਊਗਾ। 2 ਘੰਟੇ ਫਿਜ਼ੀਕਲ ਪੇਪਰ, OMR 'ਚ ਤੁਸੀਂ ਆਪਣੇ ਐਂਟਰੀਜ਼ ਮਾਰਕ ਕਰਨੀ ਹੈ। 120 ਕੁਐਸਚਨਸ ਆਉਣਗੇ। ਇਹਨਾਂ 120 ਕੁਐਸਚਨਸ ਦਾ ਬ੍ਰੇਕਅਪ ਕੀ ਰਹੂਗਾ? ਤਾਂ ਜਿਵੇਂ ਆਪਾਂ ਦੇਖਿਆ ਸੀਗਾ ਨੈਬ ਤਹਿਸੀਲਦਾਰ ਦੇ ਪੈਟਰਨ ਨਾਲ ਕਾਫੀ ਮਿਲਦਾ ਜੁਲਦਾ ਇਹਦਾ ਵੀ ਦੇ ਪੇਪਰ ਨਾਲ ਮਿਲਦਾ ਜੁਲਦਾ ਇਹਦਾ ਵੀ ਪੈਟਰਨ ਹੈ। ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ 'ਚ 40 ਕੁਐਸਚਨਸ ਪੁੱਛਣਗੇ। GK ਵਾਲੇ ਪੋਰਸ਼ਨ 'ਚ ਇਨਕਲੂਡਿੰਗ ਕਰੰਟ ਅਫੇਅਰਸ 80 ਕੁਐਸਚਨਸ ਪੁੱਛਣਗੇ। ਜਿਹੜੇ 120 ਕੁਐਸਚਨ 'ਚ 80 ਕੁਐਸਚਨ GK ਕਰੰਟ ਅਫੇਅਰਸ ਨਾਲ ਰਿਲੇਟ ਕਰਨਗੇ, GK ਐਂਡ ਕਰੰਟ ਅਫੇਅਰਸ। 40 ਕੁਐਸਚਨਸ ਲੌਜੀਕਲ ਰੀਜ਼ਨਿੰਗ ਮੈਂਟਲ ਐਬਿਲਿਟੀ ਵਾਲੇ ਪੋਰਸ਼ਨ ਨਾਲ ਡੀਲ ਕਰਨਗੇ। ਤਾਂ ਉਹੀ ਕੋਰਸਪੋਂਡਿੰਗ ਮਾਰਕਸ ਹੈ। ਟੋਟਲ 480 ਮਾਰਕਸ ਦਾ ਪੇਪਰ ਹੋਊਗਾ। ਇਹ PPSC ਨੇ ਤਾਂ ਇੱਥੇ ਲਿਖ ਕੇ ਗੱਲ ਖਤਮ ਕਰਤੀ, ਬਟ ਬੱਚੇ ਬਹੁਤ ਟੈਨਸ਼ਨ 'ਚ ਆ ਜਾਂਦੇ ਹੈ ਇਸ ਦੇ ਕੰਟੈਕਸਟ 'ਚ। ਕਿਤੇ ਨਹੀਂ ਮੈਂਸ਼ਨਡ ਕੁਆਂਟ ਆਊਗਾ ਕਿ ਨਹੀਂ ਆਊਗਾ, ਕਿਤੇ ਨਹੀਂ ਮੈਂਸ਼ਨਡ DI ਆਊਗੀ ਕਿ ਨਹੀਂ ਆਊਗੀ। ਮਤਲਬ ਜਿਹੜੀ ਚੀਜ਼ ਨਹੀਂ ਮੈਂਸ਼ਨਡ ਵੈਸੇ ਤਾਂ ਓਬਵੀਅਸ ਹੀ ਹੁੰਦਾ ਕਿ ਉਹ ਨਹੀਂ ਆਊਗੀ, ਬਟ ਆਪਾਂ ਇੱਥੇ ਚਾਂਸ ਨਹੀਂ ਲੈਣਾ ਹੁੰਦਾ। ਮੈਂ ਕੋਰਸ ਦੀ ਜਦੋਂ ਡਿਸਕਸ਼ਨ ਕਰੂੰਗਾ ਤੁਹਾਡੇ ਨਾਲ ਇਹਨਾਂ ਗੱਲਾਂ 'ਤੇ ਫਰਦਰ ਡਿਸਕਸ਼ਨ ਕਰੂੰਗਾ ਕਿ ਆਪਾਂ ਇਹ ਵਾਲੇ ਪੋਰਸ਼ਨ ਕੁਆਂਟ ਜਾਂ DI ਆਲ ਟੂਗੈਦਰ ਛੱਡ ਸਕਦੇ ਹਾਂ, ਫਿਰ ਵੀ ਆਪਣੇ ਲੈਵਲ ਤੋਂ ਆਪਾਂ ਨੂੰ ਕਰਨੇ ਚਾਹੀਦੇ ਆ। फिर नेगेटिव मार्किंग होगी बच्चे, देयर विल बी नेगेटिव मार्किंग, 1/4 नेगेटिव मार्किंग है। एवरी करेक्ट आंसर विल फेच यू 4 मार्क्स, एवरी इनकरेक्ट आंसर will lead to deduction of 1 mark। 1/4 ਦੀ ਨੈਗੇਟਿਵ ਮਾਰਕਿੰਗ ਹੈ, 1/4 of the marks allocated। ਕਰੈਕਟ ਆਂਸਰ ਦੇ 4 ਹੈ ਤਾਂ 1/4 ਉਹਦਾ ਬਣ ਗਿਆ 1 ਨੰਬਰ। ਤਾਂ ਨੈਗੇਟਿਵ ਮਾਰਕਿੰਗ -1 ਹੋਊਗਾ ਫॉर एवरी ਇਨਕਰੈਕਟ ਆਂਸਰ। ਤਾਂ ਇਹ ਯੂਜੂਅਲੀ ਨੈਗੇਟਿਵ ਮਾਰਕਿੰਗ ਵੀ ਇੱਕ ਨਵੀਂ ਚੀਜ਼ ਹੈ ਇਸ ਪੇਪਰ ਦੇ ਕੰਟੈਕਸਟ 'ਚ। ਯੂਜੂਅਲੀ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ ਆ, ਘੱਟ ਹੁੰਦੀ ਹੈ। ਤਾਂ PPSC ਦੀ ਜੇ ਆਪਾਂ ਗੱਲ ਕਰੀਏ, ਜਿਵੇਂ PCS 'ਚ ਵੀ ਨੈਗੇਟਿਵ ਮਾਰਕਿੰਗ ਨਹੀਂ ਸੀਗੀ, ਤਾਂ ਓਵਰ ਅਟੈਂਪਟ ਕਰਨ ਦੀ ਇੱਕ ਟੈਂਡੈਂਸੀ ਹੁੰਦੀ ਹੈ, ਗੈਸ ਕਰਨ ਦੀ ਟੈਂਡੈਂਸੀ ਹੁੰਦੀ ਹੈ, ਕੱਟ ਆਫ ਉਹਦੇ ਨਾਲ ਥੋੜ੍ਹੀ ਜਿਹੀ ਜ਼ਿਆਦਾ ਹੋ ਜਾਂਦੀ ਹੈ। ਹੁਣ ਨੈਗੇਟਿਵ ਮਾਰਕਿੰਗ ਵੀ ਹੈਗੀ ਹੈ ਤਾਂ ਕੱਟ ਆਫ ਵੀ ਥੋੜ੍ਹੀ ਜਿਹੀ ਨੀਚੇ ਜਾਊਗੀ। ਬੱਚਿਆਂ ਨੂੰ ਵੀ ਥੋੜ੍ਹਾ ਜਿਹਾ ਇhtiyਾਤ ਵਰਤਣਾ ਚਾਹੀਦਾ ਕਿ ਹੁਣ ਮਤਲਬ ਓਵਰ ਅਟੈਂਪਟ ਨਾ ਕਰਨ ਅਤੇ ਜਿਹੜੇ ਕੁਐਸਚਨਸ ਬਾਰੇ ਉਹ ਸ਼ੋਰ ਹੈ ਉਹੀ ਕੁਐਸਚਨਸ ਉਹ ਅਟੈਂਪਟ ਕਰਨ, ਜਾਂ ਜੇ ਗੈਸ ਕਰਨੇ ਵੀ ਹੈ ਤਾਂ ਇੰਟੈਲੀਜੈਂਟ ਗੈਸਿੰਗ ਕਰਨ, ਬਲਾਈਂਡ ਗੈਸ ਨਾ ਮਾਰਨ। there shall be negative marking as far as this exam is concerned। ਐਪਲੀਕੇਸ਼ਨ ਫੀ ਥੋੜੀ ਜੀ ਪਿੱਛੇ ਜੇ PPSC ਨੇ ਆਪਣੀ ਗਾਈਡਲਾਈਨਸ ਚੇਂਜ ਕੀਤੀਆਂ ਸੀਗੀਆਂ ਤੇ ਐਪਲੀਕੇਸ਼ਨ ਫੀ 'ਚ ਚੇਂਜ ਆਇਆ ਹੈਗਾ। ऑनलाइन एप्लीकेशन चार्जेस डिफरेंट कैटेगरीज ਲਈ, ਇਨਫੈਕਟ ਹਰ ਕੈਟੇਗਰੀ ਲਈ 500 ਹੀ ਹੈ। ਬਾਕੀ ਡਿਫਰੈਂਟ ਕੈਟੇਗਰੀਜ਼ ਦੇ ਹਿਸਾਬ ਨਾਲ ਐਗਜ਼ਾਮੀਨੇਸ਼ਨ ਫੀ ਵੈਰੀ ਕਰਦੀ ਹੈ। ਤਾਂ ਜਿਵੇਂ ਜਨਰਲ ਕੈਟੇਗਰੀ ਲਈ ਟੋਟਲ ਫੀ 1500 ਰੁਪੀਜ਼ ਹੈ, ਇਕਨੋਮਿਕਲੀ ਵੀਕਰ ਸੈਕਸ਼ਨਸ ਲਈ 500 ਹੈ, ਐਕਸ ਸਰਵਿਸਮੈਨ ਆਫ ਪੰਜਾਬ 500 ਹੈ, ਸ਼ਡਿਊਲ ਕਾਸਟ ਐਂਡ ਸ਼ਡਿਊਲ ਟ੍ਰਾਈਬਸ ਆਫ ਆਲ ਸਟੇਟਸ ਐਂਡ BCs ਆਫ ਪੰਜਾਬ 750 ਰੁਪੀਜ਼ ਹੈ। ਤਾਂ ਇਹ ਐਗਜ਼ਾਮੀਨੇਸ਼ਨ ਫੀ ਹੈ। ਹੁਣ ਆਪਾਂ ਐਪਲੀਕੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਰੂਰੀ ਗੱਲ ਕਰੀਏ, ਲਾਸਟ ਡੇਟ ਕੀ ਹੈ। ਤਾਂ ਦ ਲਾਸਟ ਡੇਟ ਫॉर ਰਜਿਸਟਰਿੰਗ ਫॉर ਮੇਕਿੰਗ ਨਿਊ ਰਜਿਸਟ੍ਰੇਸ਼ਨ
ਉਹ ਹੈਗੀ ਹੈ 22 ਦਸੰਬਰ 2021। ਉਹੀ ਲਾਸਟ ਡੇਟ ਜਿਹੜੀ ਉਹਨਾਂ ਨੇ ਕੱਟ ਆਫ ਵੀ ਰੱਖੀ ਹੋਈ ਹੈ ਕਿ ਆਪਣੇ ਕੋਲ ਸਾਰੀਆਂ ਐਜੂਕੇਸ਼ਨਲ ਕੁਆਲੀਫਿਕੇਸ਼ਨਸ ਇਸ ਡੇਟ ਤੱਕ ਹੋਣੀਆਂ ਚਾਹੀਦੀਆਂ। ਤਾਂ 22 ਦਸੰਬਰ ਇਸ ਦੀ ਲਾਸਟ ਡੇਟ ਟੂ ਰਜਿਸਟਰ ਫॉर ਦਿਸ ਪੋਸਟ ਐਂਡ ਲਾਸਟ ਡੇਟ ਟੂ ਡਿਪੋਜ਼ਿਟ ਦੀ ਫੀ ਉਹ ਹੈਗੀ ਹੈ 29 ਦਸੰਬਰ। ਤਾਂ ਇਹ ਤੁਸੀਂ ਧਿਆਨ 'ਚ ਰੱਖਣੀ ਹੈ। ਐਗਜ਼ਾਮੀਨੇਸ਼ਨ ਫਾਰਮ ਤੁਸੀਂ PPSC ਦੀ ਆਫੀਸ਼ੀਅਲ ਵੈਬਸਾਈਟ ppsc.gov.in ਉੱਥੇ ਜਾ ਕੇ ਤੁਸੀਂ ਫਿਲ ਕਰ ਸਕਦੇ ਹੋ। ਇੱਕ ਹੋਰ ਬੱਚਿਆਂ ਦੇ ਮਨ 'ਚ ਸਵਾਲ ਰਹਿੰਦਾ ਹੈ ਕਿ ਐਪਲੀਕੇਸ਼ਨ ਫਾਰਮ ਸਬਮਿਟ ਕਰਵਾਤਾ ਕਿ ਉਹਨੂੰ ਫਿਜ਼ੀਕਲੀ ਸਬਮਿਟ ਕਰਵਾਉਣਾ ਹੈ PPSC ਦੇ ਆਫਿਸ 'ਚ ਜਾ ਕੇ। Usually, normally candidates they are not required to send the hard copy of the online application form. But दो categories exception है, sports category, person with disabilities category। इस category च इन्हां दो categories च जे तुसी apply कर रहे हो then बच्चे you are required to send the physical copy, submit the physical copy of your online application form at the reception counter of PPSC। ਤਾਂ ਸਿਰਫ ਇਹ ਦੋ ਕੈਟੇਗਰੀਜ਼ ਦੇ ਬੱਚਿਆਂ ਨੇ ਹੀ ਫਿਜ਼ੀਕਲ ਕਾਪੀ ਸਬਮਿਟ ਕਰਵਾਉਣੀ ਹੈ PPSC ਪਟਿਆਲਾ। ਬਾਕੀ ਕੈਟੇਗਰੀਜ਼ ਦੇ ਬੱਚਿਆਂ ਨੂੰ ਐਸ ਸੱਚ ਕੋਈ ਰਿਕੁਆਇਰਮੈਂਟ ਨਹੀਂ। ਆਨਲਾਈਨ ਫਾਰਮ ਸਬਮਿਟ ਕਰਵਾਇਆ, ਫੀ ਡਿਪੋਜ਼ਿਟ ਕਰਵਾਈ, ਆਪਣਾ ਰਜਿਸਟ੍ਰੇਸ਼ਨ ਪ੍ਰੋਸੈਸ ਕੰਪਲੀਟ ਹੈ। ਆਪਾਂ ਆਪਣੇ ਰੈਫਰੈਂਸ ਲਈ ਉਹਦਾ PDF ਆਪਣੇ ਕੋਲੇ ਸੇਵ ਕਰਕੇ ਰੱਖੀਏ ਜਾਂ ਪ੍ਰਿੰਟ ਆਊਟ ਆਪਣੇ ਕੋਲੇ ਸੇਵ ਕਰਕੇ ਰੱਖੀਏ, ਬਟ ਉਹ ਆਪਣੇ ਰੈਫਰੈਂਸ ਲਈ ਹੈ, PPSC 'ਚ ਆਪਾਂ ਨਹੀਂ ਦੇ ਕੇ ਆਉਣਾ। ਤਾਂ ਇਹ ਸਾਰੀਆਂ ਗੱਲਾਂ ਸੀਗੀਆਂ ਰਿਗਾਰਡਿੰਗ ਦੀ ਨੋਟੀਫਿਕੇਸ਼ਨ ਦੈਟ ਹੈਜ਼ ਰੀਸੈਂਟਲੀ ਬਿਨ ਰਿਲੀਜ਼ਡ ਬਾਏ PPSC। ਹੁਣ ਆਪਾਂ ਗੱਲ ਕਰਦੇ ਹਾਂ CVL ਇਸ ਪੇਪਰ ਲਈ ਤੁਹਾਡੇ ਲਈ ਕੀ ਕਰ ਰਿਹਾ ਹੈ, ਕੀ ਸਾਡੀ ਅਪਰੋਚ ਰਹੂਗੀ ਇਸ ਪੇਪਰ ਦੇ ਕੰਟੈਕਸਟ 'ਚ। ਜਿਹੜੇ ਬੱਚੇ ਤਾਂ ਆਲਰੇਡੀ ਸਾਡੇ ਨਾਲ ਪਹਿਲੇ ਕੋਰਸਿਸ 'ਚ ਰਜਿਸਟਰਡ ਹੈ, ਭਾਵੇਂ ਉਹ ਪੰਜਾਬ ਕੰਪੀਟੀਸ਼ਨ ਵਾਲਾ ਕੋਰਸ ਹੋਵੇ ਜਾਂ ਨੈਬ ਤਹਿਸੀਲਦਾਰ ਵਾਲਾ ਕੋਰਸ ਹੈ, ਉਹਨਾਂ ਨੂੰ ਕੁਛ ਐਡੀਸ਼ਨਲ ਜਿਹੜੇ ਵੀ ਪ੍ਰੋਡਕਟਸ ਵਗੈਰਾ ਉਹ ਪਰਚੇਜ਼ ਕਰਨ ਦੀ ਲੋੜ ਨਹੀਂ ਹੈਗੀ। ਜੋ ਕੰਟੈਂਟ ਉਹਨਾਂ ਨੂੰ ਪ੍ਰੋਵਾਈਡ ਕੀਤਾ ਗਿਆ ਉਹ ਬਹੁਤ ਐਪਰੋਪਰੀਏਟ ਹੈ ਇਸ ਪੇਪਰ ਦੀ ਤਿਆਰੀ ਲਈ ਵੀ। ਜਿਹੜੇ ਕੋਈ ਐਕਸਟਰਾ ਟੈਸਟ ਵਗੈਰਾ ਹੋਣਗੇ ਇਸ ਪਰਟੀਕੂਲਰ ਕੋਰਸ ਲਈ, ਉਹ ਅਸੀਂ ਉਹਨਾਂ ਬੱਚਿਆਂ ਨੂੰ ਪ੍ਰੋਵਾਈਡ ਕਰ ਦਾਂਗੇ, ਨੈਬ ਤਹਿਸੀਲਦਾਰ ਵਾਲੇ ਬੱਚਿਆਂ ਨੂੰ ਵੀ ਐਂਡ ਪੰਜਾਬ ਕੰਪੀਟੀਸ਼ਨ ਜਾਂ ਪੰਜਾਬ ਅੰਬਰੇਲਾ ਕੋਰਸ ਜਿਹਦਾ ਅਸੀਂ ਪਹਿਲਾਂ ਨਾਮ ਰੱਖਿਆ ਹੋਇਆ ਸੀਗਾ, ਉਹ ਬੱਚਿਆਂ ਨੂੰ ਉਹ ਵਾਲੇ ਟੈਸਟ ਵਗੈਰਾ ਅਸੀਂ ਪ੍ਰੋਵਾਈਡ ਕਰ ਦਾਂਗੇ। ਬਟ ਜਿਹੜੇ ਬੱਚੇ ਨਵੇਂ ਸਿਰੇ ਤੋਂ ਸਾਡੇ ਨਾਲ ਐਸੋਸੀਏਟ ਹੋਣਾ ਚਾਹੁੰਦੇ ਹੈ, ਇਸ ਪੇਪਰ ਦੀ ਸਾਡੇ ਨਾਲ ਤਿਆਰੀ ਕਰਨਾ ਚਾਹੁੰਦੇ ਹੈ, ਤਾਂ ਉਹਨਾਂ ਨੂੰ ਮੈਂ ਦੱਸਣਾ ਚਾਹੂੰਗਾ ਕਿ ਅਸੀਂ ਇੱਕ ਡੈਡੀਕੇਟਿਡ ਕੋਰਸ ਸਟਾਰਟ ਕਰ ਰਹੇ ਹਾਂ, PPSC ਕੋਆਪਰੇਟਿਵ ਇੰਸਪੈਕਟਰ ਕੋਰਸ। ਇਸ ਕੋਰਸ 'ਚ ਕੰਪਰੀਹੈਂਸਿਵਲੀ ਇਸ ਪੇਪਰ ਦੀਆਂ ਰਿਕੁਆਇਰਮੈਂਟਸ ਨੂੰ ਧਿਆਨ 'ਚ ਰੱਖਦੇ ਹੋਏ ਤਿਆਰੀ ਕਰਵਾਈ ਜਾਊਗੀ। ਟੈਸਟ ਸੀਰੀਜ਼ ਇਸ ਕੋਰਸ 'ਚ ਇਨਕਲੂਡਡ ਹੈ। ਰਜਿਸਟਰ ਕਰਨ ਲਈ ਤੁਸੀਂ ਸਾਡੀ ਵੈਬਸਾਈਟ chetanbharat.com ਤੇ ਇਸ ਕੋਰਸ chetanbharat.com ਤੇ ਜਾ ਸਕਦੇ ਹੋ ਤੇ ਇਸ ਕੋਰਸ 'ਚ ਰਜਿਸਟਰ ਕਰ ਸਕਦੇ ਹੋ। ਜਾਂ ਕੋਈ ਵੀ ਤੁਹਾਨੂੰ ਹੈਲਪ ਚਾਹੀਦੀ ਹੈ ਰਜਿਸਟ੍ਰੇਸ਼ਨ ਪ੍ਰੋਸੈਸ ਦੇ ਕੰਟੈਕਸਟ 'ਚ, ਤਾਂ ਤੁਸੀਂ ਦਿੱਤੇ ਗਏ ਨੰਬਰ ਤੇ ਕਾਲ ਕਰ ਸਕਦੇ ਹੋ 9779095345। ਹਲਕਾ ਜਿਹਾ ਰਜਿਸਟ੍ਰੇਸ਼ਨ ਪ੍ਰੋਸੈਸ ਮੈਂ ਤੁਹਾਨੂੰ ਵਾਕ ਥਰੂ ਕਰਵਾ ਦਿੰਦਾ। ਤੁਸੀਂ ਸਾਡੀ ਵੈਬਸਾਈਟ ਤੇ ਜਾਣਾ ਹੈ www.chetanbharat.com। ਇੱਥੇ ਰਜਿਸਟਰ ਹੇਅਰ ਤੇ ਕਲਿੱਕ ਕਰਨਾ ਹੈ। ਪੁੱਛੂਗਾ ਬਈ ਕਿੱਥੇ ਰਜਿਸਟਰ ਕਰਨਾ ਹੈ। ਪੰਜਾਬ ਗਵਰਨਮੈਂਟ ਜੌਬਸ 'ਤੇ ਤੁਸੀਂ ਸਾਈਨ ਅਪ ਕਰਨਾ ਹੈ ਅਤੇ ਆਪਣੀ ID ਬੇਸਿਕ ਇਨਫੋਰਮੇਸ਼ਨ ਫਿਲ ਕਰਨੀ ਹੈ। ਕੋਰਸਿਸ 'ਚ ਇੱਥੇ ਤੁਸੀਂ ਕੋਆਪਰੇਟਿਵ ਇੰਸਪੈਕਟਰ ਵਾਲਾ ਕੋਰਸ ਸਿਲੈਕਟ ਕਰਨਾ ਹੈ ਐਂਡ ਰਜਿਸਟਰ ਕਰਨਾ ਹੈ। ਤਾਂ ਇਹ ਸਿੰਪਲ ਜਿਹਾ ਪ੍ਰੋਸੈਸ ਹੈ ਰਜਿਸਟਰ ਕਰਨ ਲਈ। ਜੇ ਤੁਹਾਨੂੰ ਚੰਗਾ ਲੱਗੇ ਤਾਂ ਤੁਸੀਂ ਰਜਿਸਟਰ ਕਰ ਸਕਦੇ ਹੋ। ਇਹ ਜਿਹੜਾ ਕੰਪਲੀਟ ਕੋਰਸ ਹੈ, ਯੂ ਕੈਨ ਅਵੇਲ ਦਿਸ ਕੰਪਲੀਟ ਕੋਰਸ ਐਟ 6000 ਰੁਪੀਜ਼ ਇਨਕਲੂਸਿਵ ਆਫ GST। ਤਾਂ ਇਹ ਪੂਰਾ ਪ੍ਰਾਈਸ ਹੋਊਗਾ। ਹੁਣ ਇੱਕ ਵਾਰੀ ਸਰ ਤੁਸੀਂ ਪ੍ਰਾਈਸ ਤਾਂ ਦੱਸਤਾ, ਇਹ ਤਾਂ ਦੱਸੋ ਕਿ ਕਰਾਉਂਗੇ ਕੀ ਇਸ ਕੋਰਸ 'ਚ। ਤਾਂ ਇੱਕ ਵਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਇਸ ਕੋਰਸ ਦਾ ਪੂਰਾ ਡਿਟੇਲ ਟਾਈਮ ਟੇਬਲ, ਕਿਸ ਤਰ੍ਹਾਂ ਡਿਫਰੈਂਟ ਕੰਪੋਨੈਂਟਸ ਨੂੰ ਕਵਰ ਕਰਵਾਇਆ ਜਾਊਗਾ ਜਾਂ ਟੈਸਟ ਵਗੈਰਾ ਦਾ ਕੀ ਪਲਾਨ ਰਹੂਗਾ। ਹੁਣ ਟਾਈਮ ਟੇਬਲ ਜਾਂ ਕੋਰਸ ਕੰਟੈਂਟਸ ਦੀ ਡਿਸਕਸ਼ਨ ਕਰਦੇ ਹੋਏ ਆਪਾਂ ਇੱਕ ਗੱਲ ਧਿਆਨ 'ਚ ਰੱਖਣੀ ਹੈ ਕਿ ਐਗਜ਼ਾਮੀਨੇਸ਼ਨ ਦੇ ਪੈਟਰਨ 'ਚ ਜ਼ਿਆਦਾ ਫੋਕਸ GK ਦੇ ਉੱਤੇ ਦਿੱਤਾ ਹੋਇਆ। 80 ਮਾਰਕਸ ਦੀ GK ਆਉਣੀ ਹੈ ਪਲੱਸ ਕਰੰਟ ਅਫੇਅਰਸ ਆਉਣੇ ਹੈ। 40 ਮਾਰਕਸ ਦੀ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ ਆਉਣੀ ਹੈ। ਤਾਂ ਆਪਾਂ ਵੀ ਕੋਰਸ 'ਚ ਇਹਨਾਂ ਟੌਪਿਕਸ ਦੇ ਉੱਤੇ ਜ਼ਿਆਦਾ ਫੋਕਸ ਕੀਤਾ ਹੈ। ਜਿਹੜੀ 5 ਡਿਫਰੈਂਟ ਪਲੇਲਿਸਟ ਅਸੀਂ ਸਟਾਰਟ ਕਰਾਂਗੇ ਇਸ ਕੋਰਸ ਦੇ ਵਿੱਚ। 11 ਵਜੇ ਜਿਹੜੀ ਪਹਿਲੀ ਪਲੇਲਿਸਟ ਹੋਊਗੀ ਇਹ GK
ਨਾਲ ਡੀਲ ਕਰੂਗੀ। 1 ਵਜੇ ਫਿਰ ਪਲੇਲਿਸਟ 2 ਇਹ ਵੀ ਜੀਕੇ ਨਾਲ ਪ੍ਰਾਈਮਰੀਲੀ ਡੀਲ ਕਰਦੀ ਹੈ। ਜੀਕੇ ਵਾਲੇ ਸਬਜੈਕਟਸ ਨੂੰ ਡਿਵਾਈਡ ਕਰਤਾ, ਬੇਸਿਕ ਜੀਕੇ, ਹਿਸਟਰੀ, ਇਕੋਨਮੀ ਪਲੇਲਿਸਟ 1 'ਚ ਕਵਰ ਹੋ ਗਈ। ਸਾਇੰਸ, ਪੋਲਿਟੀ ਐਂਡ ਇਕੋਨਮੀ ਦਾ ਜਿਹੜਾ ਰਿਮੇਨਿੰਗ ਪੋਰਸ਼ਨ ਆ ਉਹ ਪਲੇਲਿਸਟ 2 'ਚ ਕਵਰ ਹੋ ਜਾਊਗਾ। ਪਲੇਲਿਸਟ 3 ਹੈ ਰੀਜ਼ਨਿੰਗ ਨਾਲ ਡੀਲ ਕਰਦੀ ਹੋਈ ਪ੍ਰਾਈਮਰੀਲੀ, ਜਿਹੜਾ 40 ਮਾਰਕਸ ਦਾ ਆਪਣਾ ਕੰਪੋਨੈਂਟ ਆਣਾ ਹੈ। 3 ਵਜੇ ਤੁਹਾਨੂੰ ਡੇਲੀ ਲੈਕਚਰ ਆਇਆ ਕਰੂਗਾ, ਤਾਂ ਕੁਝ 28 ਲੈਕਚਰਸ ਹੈ ਰੀਜ਼ਨਿੰਗ ਦੇ ਇਸ ਪਲੇਲਿਸਟ 'ਚ ਤੁਹਾਨੂੰ ਮਿਲਣਗੇ। ਪਲੇਲਿਸਟ 4 ਤੇ ਪਲੇਲਿਸਟ 5 ਇਹ ਉਹ ਪਲੇਲਿਸਟ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਕਿ ਕੀ ਅਪਰੋਚ ਹੋਣੀ ਚਾਹੀਦੀ ਆਪਣੀ ਇਸ ਪੇਪਰ ਦੀ ਤਿਆਰੀ ਲਈ। ਕੀ ਆਪਾਂ ਸਿਰਫ ਰੀਜ਼ਨਿੰਗ ਹੀ ਕਰਕੇ ਜਾਣੀ ਹੈ, ਕਿ ਆਪਾਂ ਨੂੰ ਕੁਆਂਟ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ? ਇਹ ਕਾਫੀ ਪੇਚੀਦਾ ਜਿਹਾ ਸਵਾਲ ਹੈ। ਬੱਚੇ ਵੀ ਕਾਫੀ ਕਨਫਿਊਜ਼ ਰਹਿੰਦੇ ਹੈ। ਅਸੀਂ ਵੀ ਖੁੱਲ੍ਹ ਕੇ ਨਹੀਂ ਕਹਿ ਪਾਉਂਦੇ ਕਿ ਬਈ ਕੁਆਂਟ ਤੁਹਾਨੂੰ ਕਰਨ ਦੀ ਲੋੜ ਨਹੀਂ, ਕਿਉਂਕਿ ਸਿਲੇਬਸ 'ਚ ਮੈਂਸ਼ਨ ਨਹੀਂਗਾ। ਕਿਉਂਕਿ ਰੀਜ਼ਨਿੰਗ 'ਚ ਕੁਛ ਕੁਐਸਚਨਸ ਇੱਦਾਂ ਦੇ ਹੁੰਦੇ ਆ, ਜੇ ਉਹਨਾਂ ਨੂੰ ਆਪਾਂ ਸੋਲਵ ਕਰਨਾ ਚਾਹੁੰਦੇ ਹਾਂ, ਆਪਾਂ ਨੂੰ ਕੁਆਂਟ ਦੀ ਨੌਲੇਜ ਹੋਣੀ ਚਾਹੀਦੀ ਹੈ। ਫਿਰ ਰੀਜ਼ਨਿੰਗ 'ਚ ਅਰਿਥਮੈਟੀਕਲ ਰੀਜ਼ਨਿੰਗ ਵਾਲਾ ਪੋਰਸ਼ਨ ਹੁੰਦਾ, ਉਹ ਬੇਸਿਕਲੀ ਕੁਆਂਟ ਵਾਲੀਆਂ ਚੀਜ਼ਾਂ ਹੀ ਉਸ 'ਚ ਪੁੱਛੀਆਂ ਜਾਂਦੀਆਂ। ਤਾਂ ਐਂਡ ਇਹ ਵੀ ਜ਼ਰੂਰੀ ਨਹੀਂਗਾ ਕਿ ਬਾਏ ਐਕਸਟੈਂਸ਼ਨ ਕਿਹਾ ਜਾ ਸਕਦਾ ਹੈ ਕਿ ਜੇ ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ ਕਿਹਾ ਤਾਂ ਕੁਆਂਟ ਵਾਲੇ ਕੁਐਸਚਨਸ ਵੀ ਕਈ ਵਾਰੀ ਉਸ 'ਚ ਇਨਕਲੂਡ ਹੋ ਜਾਂਦੇ ਆ। ਤਾਂ ਅਸੀਂ ਕੁਆਂਟ ਵਾਲੀ ਜਿਹੜੀ ਪਲੇਲਿਸਟ ਇਹ ਅਸੀਂ ਆਪਣੇ ਬੱਚਿਆਂ ਨੂੰ ਇਸ ਕੋਰਸ ਦੇ ਤਹਿਤ ਪ੍ਰੋਵਾਈਡ ਕਰਾਂਗੇ। ਐਡਵਾਈਸ ਇਹ ਰਹੂਗੀ, ਥੋੜ੍ਹਾ ਜਿਹਾ ਟਾਈਮ ਕੱਢ ਕੇ ਜੇ ਕੁਆਂਟ ਵਾਲੇ ਕੁਐਸਚਨਸ ਵੀ ਸੋਲਵ ਕਰ ਲਿੱਤੇ ਜਾਣ, ਪ੍ਰੈਕਟਿਸ ਕਰ ਲਿੱਤੀ ਜਾਵੇ ਇਸ ਐਗਜ਼ਾਮ 'ਚ ਨਾ ਸਹੀ ਆਪਾਂ ਨੂੰ ਅਦਰਵਾਈਜ਼ ਹੋਰ ਕਿੰਨੇ ਸਾਰੇ ਕੰਪੀਟੀਟਿਵ ਐਗਜ਼ਾਮਸ ਦੀ ਆਪਾਂ ਤਿਆਰੀ ਕਰਦੇ ਰਹਿੰਦੇ ਹਾਂ। ਕੋਈ ਵੀ ਕੰਪੀਟੀਟਿਵ ਐਗਜ਼ਾਮ ਨਿਕਲਦਾ ਆਪਾਂ ਭਰ ਦਈਦਾ, ਤਾਂ ਉਹਨਾਂ ਐਗਜ਼ਾਮਸ ਲਈ ਇਹ ਕੁਆਂਟ ਵਾਲੀ ਜਿਹੜੀ ਵੀਡੀਓਜ਼ ਹੈ ਆਪਾਂ ਨੂੰ ਹੈਲਪ ਕਰਨਗੀਆਂ। ਤਾਂ ਇਸ ਕੋਰਸ 'ਚ ਯੂ ਵਿਲ ਆਲਸੋ ਗੈਟ ਐਕਸੈਸ ਟੂ ਆਲ ਦੀ ਕੁਆਂਟ ਵੀਡੀਓਜ਼। ਕੰਪਲੀਟ ਕੁਆਂਟ ਮੋਡਿਊਲ ਇਜ਼ ਆਲਸੋ ਪਾਰਟ ਆਫ ਦਿਸ ਕੋਰਸ। ਸਿਮਿਲਰਲੀ ਲੈਂਗੁਏਜਸ, ਹੁਣ ਲੈਂਗੁਏਜਸ ਮੈਂਸ਼ਨਡ ਨਹੀਂ ਸੀਗੀਆਂ। ਜੀਕੇ 'ਚ ਲੈਂਗੁਏਜਸ ਨਹੀਂ ਆਉਂਦੀਆਂ, ਲੌਜੀਕਲ ਰੀਜ਼ਨਿੰਗ 'ਚ ਲੈਂਗੁਏਜ ਨਹੀਂ ਆਉਂਦੀ, ਨਾ ਇੰਗਲਿਸ਼ ਨਾ ਪੰਜਾਬੀ। ਬਟ ਅਗੇਨ ਇਹ ਉਹ ਚੀਜ਼ ਹੈ ਕਿ ਯੂਜੂਲੀ ਐਗਜ਼ਾਮਸ 'ਚ ਪੁੱਛੀ ਜਾਂਦੀ ਹੈ। ਇਸ ਪੇਪਰ 'ਚ ਨਾ ਸੀ ਤਾਂ ਆਪਾਂ ਨੂੰ ਕਿਸੇ ਹੋਰ ਪੇਪਰ 'ਚ ਕੰਮ ਆ ਜਾਊਗੀ। ਤਾਂ ਅਸੀਂ ਟੀਮ CBL ਨੇ ਡਿਸਾਈਡ ਕੀਤਾ ਕਿ ਆਹ ਵਾਲੇ ਜਿਹੜੇ ਲੈਂਗੁਏਜਸ ਵਾਲੇ ਜਿਹੜੇ ਮੋਡਿਊਲਸ ਹੈ ਇਹ ਵੀ ਇਸ ਕੋਰਸ 'ਚ ਤੁਹਾਨੂੰ ਦਿੱਤੇ ਜਾਣਗੇ। ਅਗੇਨ ਐਡਵਾਈਸ ਇਹੀ ਰਹੂਗੀ, ਥੋੜ੍ਹਾ ਜਿਹਾ ਅੱਧਾ ਪੌਣਾ ਘੰਟਾ ਕੱਢ ਕੇ, ਅੱਧਾ ਪੌਣਾ ਘੰਟਾ ਜ਼ਿਆਦਾ ਹੋ ਗਿਆ, ਹਾਫ ਐਨ ਆਵਰ ਕੱਢ ਕੇ ਤੁਸੀਂ ਲੈਂਗੁਏਜਸ ਵਾਲਾ ਜਿਹੜਾ ਪੇਪਰ ਹੈ, ਲੈਂਗੁਏਜਸ ਵਾਲੀ ਜਿਹੜੀ ਪਲੇਲਿਸਟ ਹੈ, ਇਹਦੀਆਂ ਵੀਡੀਓਜ਼ ਵੀ ਤੁਸੀਂ ਦੇਖ ਲਓ। ਇਸ ਪੇਪਰ 'ਚ ਹੈਲਪ ਕਰਨਗੀਆਂ। ਜੇ ਕੁਐਸਚਨ ਨਹੀਂ ਵੀ ਆਉਂਦੇ ਤਾਂ ਹੋਰ ਜਿਹੜੇ ਆਪਾਂ ਪੇਪਰਾਂ ਦੀ ਤਿਆਰੀ ਕਰ ਰਹੇ ਹਾਂ ਉਹਨਾਂ 'ਚ ਆਪਣੀ ਹੈਲਪ ਹੋ ਜੂਗੀ। ਤਾਂ ਇੱਕ ਪਲੇਲਿਸਟ ਲੈਂਗੁਏਜਸ ਦੀ ਹੈ, 3 ਦਿਨ ਇੰਗਲਿਸ਼ ਆਊਗੀ, 3 ਦਿਨ ਪੰਜਾਬੀ ਆਊਗੀ, ਇੱਕ ਪਲੇਲਿਸਟ ਕੁਆਂਟ ਵਾਲੀ ਹੈ। ਤਾਂ ਇਹ ਕੰਪਲੀਟ ਡਿਲੀਵਰੀ ਆਫ ਦੀ ਸਿਲੇਬਸ ਰਹੂਗੀ। ਹੁਣ ਗੱਲ ਕਰੀਏ ਟੈਸਟ ਦੀ। ਕੋਰਸ ਤੁਹਾਡਾ ਸਟਾਰਟ ਹੋ ਰਿਹਾ ਹੈ 7 ਦਸੰਬਰ ਤੋਂ। ਇੱਕ ਵਾਰੀ ਪਹਿਲੇ ਇੱਕ ਅੱਧਾ ਹਫਤਾ ਤਾਂ ਕੋਰਸ ਕਵਰੇਜ, ਸਿਲੇਬਸ ਕਵਰੇਜ 'ਤੇ ਲਗਾਵਾਂਗੇ। ਉਸ ਤੋਂ ਬਾਅਦ 19th ਜਾਂ 18th ਦਸੰਬਰ ਤੋਂ ਤੁਹਾਡੇ ਰੈਗੂਲਰ ਟੈਸਟ ਸਟਾਰਟ ਹੋ ਜਾਣਗੇ। ਟੈਸਟ ਦਾ ਕੀ ਪਲਾਨ ਰਹੂਗਾ? ਅਸੀਂ ਇੱਕ ਸੈਟਰਡੇ ਤੁਹਾਡਾ ਟੈਸਟ ਲਵਾਂਗੇ। ਜੋ ਤੁਹਾਡਾ ਸਿਲੇਬਸ ਕਵਰ ਹੋਇਆ ਉਹਦੇ ਬੇਸਿਸ 'ਤੇ ਤੁਹਾਡਾ ਟੈਸਟ ਹੋ ਜਾਊਗਾ। ਦੈਨ ਅਗਲੇ ਥਰਸਡੇ, ਸੈਟਰਡੇ ਟੈਸਟ ਲਿਆ, ਥਰਸਡੇ ਉਸ ਟੈਸਟ ਦੀ ਅਸੀਂ ਤੁਹਾਡੇ ਨਾਲ ਡਿਸਕਸ਼ਨ ਕਰ ਲਈ। ਫਿਰ ਸੈਟਰਡੇ ਟੈਸਟ ਲਿਆ, ਥਰਸਡੇ ਉਸ ਟੈਸਟ ਦੀ ਡਿਸਕਸ਼ਨ ਕਰ ਲਈ। ਸੈਟਰਡੇ ਟੈਸਟ ਲਿਆ, ਥਰਸਡੇ ਉਸ ਟੈਸਟ ਦੀ ਡਿਸਕਸ਼ਨ ਕਰ ਲਈ। ਇਸ ਤਰ੍ਹਾਂ ਤੁਹਾਡੇ ਰੈਗੂਲਰ ਟੈਸਟ ਹੁੰਦੇ ਰਹਿਣਗੇ। ਐਂਡ ਡਿਊਰਿੰਗ ਦੀ ਕਵਰੇਜ ਆਫ ਸਿਲੇਬਸ ਕੁਝ 5 ਟੈਸਟ ਅਸੀਂ ਤੁਹਾਡੇ ਲੈ ਲਾਂਗੇ ਵਿਦ ਡਿਸਕਸ਼ਨ। ਉਸ ਤੋਂ ਬਾਅਦ ਮਤਲਬ ਇੱਦਾਂ ਕਰਦੇ ਕਰਦੇ ਸਾਰਾ ਆਪਣਾ ਜਿਹੜਾ ਕੋਰਸ ਹੈ ਬਾਏ ਮਿਡ ਫੈਬਰਰੀ, 16-17 ਫਰਵਰੀ ਦੇ ਆਸ-ਪਾਸ ਇਹ ਆਪਣਾ ਸਾਰਾ ਸਿਲੇਬਸ ਕਵਰ ਹੋ ਜਾਊਗਾ ਵਿਦ ਟੈਸਟ। ਉਸ ਤੋਂ ਬਾਅਦ ਤੁਹਾਡੇ ਫੁੱਲ ਟੈਸਟ ਲੈ ਲਾਂਗੇ। ਹਜੇ ਐਗਜ਼ਾਮ ਦੀ ਐਗਜ਼ੈਕਟ ਡੇਟ ਆਪਣੇ ਕੋਲੇ ਨਹੀਂ ਆਈ ਹੈਗੀ। ਗੋਜ਼ ਵਿਦਆਊਟ ਸੇਇੰਗ ਕਿ ਡੇਟ ਅੱਗੇ ਆਉਂਦੀ ਹੈ, ਥੋੜੀ ਪਿੱਛੇ ਆਉਂਦੀ ਹੈ, ਥੋੜੇ ਬਹੁਤ ਟਾਈਮ ਟੇਬਲ 'ਚ ਫੇਰ ਬਦਲ ਹੋ ਸਕਦੇ ਆ। ਕੀਪਿੰਗ ਇਨ ਮਾਈਂਡ ਕਿ ਐਗਜ਼ਾਮ ਡੇਟ ਕੀ ਹੈ, ਕੀ ਬੈਸਟ ਸਟ੍ਰੈਟਜੀ ਹੋ ਸਕਦੀ ਹੈ ਉਸ ਐਗਜ਼ਾਮ ਡੇਟ ਦੇ ਹਿਸਾਬ ਨਾਲ। ਉਸ ਤੋਂ ਬਾਅਦ ਤੁਹਾਡੇ ਕੁਝ ਫੁੱਲ ਟੈਸਟ ਹੋ ਜਾਣਗੇ। ਤਾਂ ਇਹ ਬੱਚੇ ਕੰਪਲੀਟ ਕੋਰਸ ਹੈ ਪੰਜਾਬ ਕੋਆਪਰੇਟਿਵ ਇੰਸਪੈਕਟਰ ਦਾ। ਜੇ ਤੁਸੀਂ ਇਸ ਪੇਪਰ ਦੀ ਤਿਆਰੀ ਕਰ ਰਹੇ ਹੋ ਐਂਡ ਪਹਿਲਾਂ
ਕੋਈ ਤੁਹਾਡਾ ਤਿਆਰੀ ਦਾ ਐਕਸਪੀਰੀਅੰਸ ਨਹੀਂ ਹੈਗਾ ਤਾਂ ਤੁਸੀਂ ਇਸ ਕੋਰਸ 'ਚ ਐਨਰੋਲ ਕਰ ਸਕਦੇ ਹੋ ਐਂਡ ਇਹਦਾ ਬੈਨੀਫਿਟ ਉਠਾ ਸਕਦੇ ਹੋ। ਸੋ ਦੈਟ ਵਾਸ ਆਲ ਦੈਟ ਆਈ ਵਾਂਟਡ ਟੂ ਸ਼ੇਅਰ ਵਿਦ ਯੂ ਪੀਪਲ। ਆਈ ਹੋਪ ਤੁਸੀਂ ਹੁਣ ਦੁਬਾਰਾ ਤੋਂ ਜੋਸ਼ 'ਚ ਆ ਕੇ ਤਿਆਰੀ ਕਰੋਗੇ ਅਤੇ ਆਪਣੇ ਮਾਂ-ਪਿਓ ਦਾ, ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰੋਗੇ ਸਿਲੈਕਸ਼ਨ ਕਰਕੇ। ਸੋ ਦੈਟਸ ਆਲ ਫਰੋਮ ਮਾਈ ਸਾਈਡ। ਥੈਂਕ ਯੂ ਐਂਡ ਆਲ ਦੀ ਬੈਸਟ ਫॉर योर एग्जाम्स।